हाँ जी बाबा जी, ਤੁਹਾਡਾ ਨਾਮ ਕੀ ਹੈ? ਮਾਮਾ ਦਾ ਕਿਹੜੀ ਜਗ੍ਹਾ ਤੇ ਰਹਿੰਦੇ ਹੋ? 103। 103 ਚ ਇਕੱਲੇ ਹੀ ਰਹਿੰਦੇ ਹੋ? ਹਾਂਜੀ, ਮੈਂ ਮੇਰੇ ਬੇਟੇ ਨੂੰ ਅੱਛਾ ਜੀ। ਦੋ ਬੇਟੇ ਆ, हाँ जी। ਇੱਕ ਬੇਟੀ ਆ। सही। बच्चे शादीशुदा? ਨਹੀਂ नहीं, कोई भी नहीं की शादी हाले? ਨਹੀਂ उम्र तो वाहवा होगी, शादी ਤੁਹਾਡੀ लेट हुई सी? ਸ਼ਾਦੀ ਲੇਟ ਹੋਈ। ਤੇ ਕੀ ਅੱਜ ਕੱਲ ਤੁਸੀਂ ਨੌਜਵਾਨ ਨਸਲ ਨੂੰ ਮਸ਼ਵਰਾ ਦੇਣਾ ਚਾਹ ਰਹੇ ਹੋ? ਨੌਜਵਾਨ ਨਸਲ ਨੂੰ ਮਸ਼ਵਰਾ ਦਾਂਗਾ ਕਿ ਤੁਸੀਂ ਵਕਤ ਜ਼ਾਇਆ ਨਾ ਕਰਿਓ। ਅੱਛਾ। ਜੋ ਤੁਹਾਨੂੰ ਕੰਮ ਲੱਭੇ ਟਾਈਮ ਨਾਲ ਵਿਆਹ ਕਰਾਓ, ਉਹਨੂੰ ਕੰਮ ਨੂੰ ਤੁਸੀਂ ਭੱਜ ਨੱਸ ਕੇ ਕਰੋ। ਹਾਂਜੀ। ਤੁਸੀਂ ਕਿਹੜਾ ਕੰਮ ਕੀਤਾ ਬਚਪਨ ਤੋਂ ਲੈ ਕੇ ਅੱਜ ਤੱਕ? ਮੈਂ ਖੇਤੀਬਾੜੀ ਕਰਦਾ ਰਿਹਾ। ਅੱਛਾ। ਹਾਂਜੀ, ਤੁਹਾਡੇ ਦੌਰ 'ਚ ਕਿਹੜੀ ਕਿਹੜੀ ਫਸਲ ਹੋ ਜਾਂਦੀ ਸੀ? ਫਸਲ ਕਮਾਦ ਸੀ, ਕਪਾਹ ਸੀ, ਕਣਕ ਸੀ, ਮੱਕੀ ਸੀ। ਗੁੜ ਵੀ ਬਣਾ ਲੈਂਦੇ ਸੀ? ਗੁੜ ਬੜਾ ਬਣਾਇਆ ਜੀ। ਅੱਛਾ। ਹੋਰ ਮਕਈ ਹੁੰਦੀ ਸੀ ਉਸ ਦੌਰ 'ਚ? ਹਾਂ, ਬੜੀ ਮੱਕੀ ਹੁੰਦੀ। ਕਿੰਨੇ ਕਿੱਲੇ ਵਾਹ ਲੈਂਦੇ ਸੀ? ਹਾਂਜੀ, ਅਸੀਂ ਕਿੱਲਾ ਡੇਢ ਵਾਹ ਲੈਂਦੇ। ਕੋਈ ਢੱਗੇ ਸੀ ਜਾਂ ਟਰੈਕਟਰ? ਝੱਗਿਆਂ ਨਾਲ ਪਹਿਲਾਂ ਵਾਹੀ ਕਰੀ ਦੀ ਸੀ, ਫਿਰ ਟਰੈਕਟਰ ਆ ਗਏ ਇਹਨਾਂ ਨਾਲ ਸ਼ੁਰੂ ਕਰ ਲਈ। ਅੱਛਾ ਜੀ। ਇਹ ਹੁਣ ਦੱਸੋ। ਹਾਂਜੀ, ਤੁਹਾਡੇ ਦੌਰ ਦੇ ਵਿੱਚ ਕਪਾਹ ਚੰਗੀ ਹੁੰਦੀ ਸੀ? ਹਾਂਜੀ ਹਾਂਜੀ। ਅੱਛਾ। ਤੇ ਹੁਣ ਹੁਣ ਹੋਣੇ ਬਗੈਰ ਸਪਰੇਆਂ ਤੋਂ ਹੋਣੇ, ਖਾਦਾਂ ਦੀ ਲੋੜ ਘੱਟ ਪੈਂਦੀ ਸੀ। ਤੇ ਹੁਣ ਕਪਾਹ ਦਾ ਕੀ ਹਾਲ ਹੈ ਅੱਜ ਕੱਲ? ਹੁਣ ਕਪਾਹ ਨੂੰ ਬਿਮਾਰੀ ਨਹੀਂ ਹੋਣ ਦਿੰਦੀ। ਅੱਛਾ। ਬਿਮਾਰੀ ਬਹੁਤ ਜ਼ਿਆਦਾ ਆ। ਸਪਰੇਅ ਕਰ ਕਰਕੇ ਤੇ ਉਹ ਖਰਚਾ ਹੀ ਨਹੀਂ ਪੂਰਾ ਹੁੰਦਾ, ਫਸਲ ਖਰਚਾ ਹੀ ਨਹੀਂ ਪੂਰਾ ਕਰਦੀ। ਖਾਦਾਂ ਐਡੀਆਂ ਮਹਿੰਗੀਆਂ ਹੋ ਗਈਆਂ ਕਿ ਜਿਹੜੀ ਖਾਦ ਖਰਚਾ ਹੀ ਨਹੀਂ ਫਸਲ ਪੂਰਾ ਕਰਦੀ। ਕਈ ਲੋਕ ਤੇ ਹਾਲੇ ਵੀ ਕਹਿੰਦੇ ਕਿੱਲਾ ਠੇਕੇ ਤੇ ਰੱਖਿਆ ਹੋਵੇ ਤੇ ਲੱਖ ਰੁਪਇਆ ਬੰਦਾ ਸਾਲ ਦਾ ਬਚਾ ਲੈਂਦਾ। ਨਹੀਂ ਜੀ, ਲੱਖ ਰੁਪਇਆ ਦਾ ਖਰਚਾ ਹੀ ਆ ਜਾਂਦਾ, ਬਚਾਅ ਨੇ ਕੀ ਲਾਣਾ। ਐਵਰੇਜ ਕਿੱਲੇ 'ਚੋਂ ਕਿੰਨੀ ਬੱਚਤ ਹੋ ਜਾਂਦੀ ਤੁਹਾਡੇ ਅੰਦਾਜ਼ੇ ਦੇ ਮੁਤਾਬਿਕ ਸਾਲ 'ਚ? ਬੱਚਤ ਤੇ ਕੋਈ ਨਹੀਂ ਹੁੰਦੀ। ਨਹੀਂ, ਖਰਚੇ ਬਹੁਤ ਹੋ ਜਾਂਦੇ ਨੇ, ਪਾਣੀ ਮੁੱਲਦੇ ਨੇ, ਸਪਰੇਆਂ ਮੁੱਲਦੀਆਂ। ਕੁਛ ਤਾਂ ਬੱਚਤ ਹੁੰਦੀ ਹੋਣੀ, ਜਿਹੜਾ ਆਵਾਮ ਆ ਇੰਨਾ ਕੁਛ ਲਾਉਂਦੀ ਹੈ, ਨਹੀਂ ਤਾਂ ਆਵਾਮ ਲਾਵੇ ਹੀ ਨਾ। ਘਰੋਂ ਤਾਂ ਘਾਟਾ ਨਹੀਂ ਖਾਣਾ ਕਿਸੇ ਨੇ। ਉਹ ਜੀ ਅੱਜ ਕੱਲ੍ਹ ਇਹ ਲੋ ਜੀ ਮੂੰਗੀਆਂ ਗੱਡੀਆਂ, ਹਾਂਜੀ। ਅੱਧੀਆਂ ਅੱਧੀਆਂ ਮੂੰਗੀਆਂ ਸੁੱਕ ਗਈਆਂ ਨੇ ਤੇ ਉਹ ਘਾਟਾ ਸਗੋਂ 30,000 ਰੁਪਇਆ ਕਿੱਲੇ ਮਗਰ ਪੈ। ਅੱਛਾ। ਹਾਂਜੀ, ਬਚਤਾਂ ਹੁਣ ਵਿੱਚੋਂ ਵੇਖੋ ਜੀ ਕਾਹਦੀਆਂ ਰਹਿ ਗਈਆਂ। 8,000 ਦੀ ਡੀਏ ਦੀ ਬੋਰੀ ਆ, ਸਹੀ। ਉਹ ਵੀ 2 ਨੰਬਰ ਆਉਣ ਡਈ ਆ। 2 ਨੰਬਰ ਕੀ ਉਹਦੇ 'ਚ 2 ਨੰਬਰ ਮਿਲਾਵਟ ਤੁਹਾਨੂੰ ਲੱਗਦੀ ਹੈ? 2 ਨੰਬਰ ਮਿਲਾਵਟ ਆ ਵੀ ਵਿੱਚ ਕੋ ਕੱਕਰੀ ਸ਼ੱਕਰੀ ਦਾ ਲਾਂਘਾ ਪੀ ਕੇ ਪਾ ਦਿੰਦੇ ਆ। ਅੱਛਾ। ਪਿੱਛੋਂ ਮਾਲ ਖਰੀਦ ਲਿਆ, ਅੱਗੋਂ ਲਿਆਣ ਕੇ ਸਪਲਾਈ ਜਿਹੜੀ ਆ ਆਪ ਸ਼ੁਰੂ ਕਰ ਲਈ ਭਰਾਈ। ਨਹੀਂ, ਪਿੱਛੋਂ ਮਾਲ ਖਰੀਦ ਕੇ ਭਰਾਈ ਸ਼ੁਰੂ ਕਰਨ ਨੂੰ 2 ਨੰਬਰੀ ਤੇ ਨਹੀਂ ਕਹਿ ਸਕਦੇ ਨਾ। ਉਹ ਤਾਂ ਇੱਕ ਕਾਰੋਬਾਰ ਹੈ ਕਿ ਤੁਸੀਂ ਇਕੱਠੀ ਸਟਾਕ 'ਚ ਖਰੀਦ ਲਓ, ਗੱਟਿਆਂ 'ਚ ਭਰ ਭਰ ਕੇ ਦੇ ਦਿਓ। ਇਹ ਤਾਂ ਸਪਰੇਅ ਵੀ ਐਵੇਂ ਹੀ ਆਉਂਦੀ ਹੈ, ਡਰਮ ਲੈ ਕੇ ਆਉਂਦੇ ਆ ਕੰਪਨੀ ਵਾਲੇ, ਉਸ ਤੋਂ ਬਾਅਦ ਲੀਟਰਾਂ 'ਚ ਪੈਕ ਕਰਕੇ ਅੱਗੇ ਤੁਹਾਨੂੰ ਦੇ ਦਿੰਦੇ ਆ। ਅੱਗੇ ਆਪਾਂ ਸੋਨਾ DAP ਲੈਂਦੇ ਸੀ। ਹਾਂਜੀ। ਉਹ ਮਿਲ ਦੀ ਜਿਹੜੀ ਆ ਭਰਾਈ ਹੋ ਕੇ ਆਉਂਦੀ ਸੀ, ਬੋਰੀ ਨਵੀਂ ਬੋਰੀ ਲੱਗਦੀ ਸੀ। ਸਹੀ। ਹੁਣ ਬਾਰਦਾਨਾ ਪੁਰਾਣਾ ਇਕੱਠਾ ਕਰ ਲਿਆ ਨੇ ਤੇ ਉਹ ਇੱਥੇ ਆਪ ਜਿਹੜਾ। ਅੱਛਾ, ਮਤਲਬ ਲੋਕਲ ਭਰਾਈ ਹੋ ਰਹੀ ਹੈ ਹੁਣ, ਕੰਪਨੀ ਦੀ ਨਹੀਂ ਆ ਰਹੀ, ਜਿਹਦੀ ਵਜ੍ਹਾ ਨਾਲ 2 ਨੰਬਰੀ ਹੋ ਰਹੀ ਹੈ। 2 ਨੰਬਰੀ ਆਪੇ ਹੀ ਹੋ ਰਹੀ ਹੈ। ਸਹੀ। ਤੇ ਕਿਹੜੀ ਕਿਹੜੀ ਖੇਲ ਕਰ ਲੈਂਦੇ ਹੋ ਤੁਸੀਂ? ਖੇਲਾਂ ਛੇਲਾਂ, ਕੋਈ ਗੁੱਲੀ ਡੰਡਾ ਹੁੰਦਾ ਸੀ ਪਹਿਲੇ ਦੌਰੇ, ਫੁੱਟਬਾਲ, ਕ੍ਰਿਕਟ, ਕੀ ਖੇਲ ਲੈਂਦੇ ਹੋ? ਮੈਂ ਜੀ ਫੁੱਟਬਾਲ ਖੇਡਦਾ ਰਿਹਾ, ਕਬੱਡੀ ਖੇਡਦਾ ਰਿਹਾ, ਕੁਸ਼ਤੀ ਲੜਦਾ ਰਿਹਾ। ਅੱਛਾ। ਮੇਲੇ ਸ਼ੇਲਿਆਂ ਤੇ ਜਾਂਦੇ ਰਹੇ ਹੋ? ਹਾਂਜੀ। ਹੁਣ ਅੱਜ ਕੱਲ੍ਹ ਨਿਗਾਹ ਹੈ ਕੋਈ ਨਹੀਂ ਜੀ। ਅੱਛਾ। ਨਿਗਾਹ ਦੀ ਕਮੀ ਹੋ ਗਈ ਆ, ਬਹੁਤ ਡਾਊਨ ਹੈ ਨਿਗਾਹ, ਕੋਲ ਕੋਈ ਨਹੀਂ। ਇਹ ਬਚਪਨ ਦਾ ਦੌਰ ਚੰਗਾ ਸੀ, ਜਵਾਨੀ ਦਾ ਚੰਗਾ ਸੀ, ਜਾਂ ਹੁਣ ਬੁਢਾਪੇ ਦਾ ਚੰਗਾ? ਹੁਣ ਦਾ ਦੌਰ ਚੰਗਾ। ਬੁਢਾਪੇ ਵਾਲਾ ਚੰਗਾ? ਹਾਂਜੀ। ਅੱਛਾ। ਜਵਾਨੀ ਦੌਰ ਤੇ ਭੱਜ ਨੱਸ ਕੇ ਜ਼ੋਰ ਮਾਰ ਕੇ ਮਿਹਨਤ ਕੀਤੀ ਹੈ। ਸਹੀ। ਹੁਣ ਵਿਹਲੇ ਕੰਮ ਹੁੰਦਾ ਨਹੀਂ, ਵਿਹਲੇ ਬਹਿ ਕੇ ਰੋਟੀ ਖਾ ਲੈਂਦੇ। ਅੱਛਾ, ਦੌਰ ਤਾਂ ਚੰਗਾ ਵੀ ਕੰਮ ਨਹੀਂ ਹੁੰਦਾ ਤੇ ਰੋਟੀ ਵੇਲੇ ਬਹਿ ਕੇ ਖਾ ਲਈਦੀ। ਨਹੀਂ ਤੇ ਜੇ ਕੋਈ ਬਜ਼ੁਰਗ ਐਸਾ ਹੋਵੇ ਜਿਹਨੂੰ ਵੇਲੇ ਨੂੰ ਰੋਟੀ ਨਾ ਵਿਚਾਰੇ ਨੂੰ ਲੱਭੇ, ਫਿਰ ਤਾਂ ਜਵਾਨੀ ਵਾਲਾ ਚੰਗਾ ਹੋਇਆ ਕਿ ਚਲੋ ਕੰਮ ਤਾਂ ਕਰ ਲੈਂਦਾ ਸੀ। ਉਹ
ਜਵਾਨੀ ਵਾਲਾ ਵੀ ਸਰਕਾਰ ਔਖਾ ਟਾਈਮ। ਸਹੀ। ਹਾਂ, ਉਹਦੇ 'ਚ ਬੰਦੇ ਨੂੰ ਬੜੀਆਂ ਮੁਸ਼ਕਲਾਂ ਤਕਲੀਫਾਂ ਚੱਲ ਕੇ ਫਿਰ ਆਪਣੇ ਮੁਸਤਕਬਲ ਨੂੰ ਸਵਾਰਤਾ, ਫਿਰ ਸੁੱਖ ਦੀ ਰੋਟੀ ਬਹਿ ਕੇ ਖਾਂਦਾ। ਕੋਈ ਆਪਣੀ ਜ਼ਮੀਨ ਵੀ ਹੈ ਕਿ ਕੋਈ ਨਹੀਂ, ਬਸ ਆਹ ਹਿੱਸਿਆਂ ਤੇ ਹੀ? ਅੱਛਾ, ਘਰ ਆਪਣਾ ਹੈ? ਘਰ ਵੀ ਆਪਣਾ ਨਹੀਂ, ਉਹ ਵੀ ਬਗਾਨੀ ਜਗ੍ਹਾ। ਅੱਛਾ, ਤੇ ਜਵਾਨੀ ਤੋਂ ਅੱਜ ਤੱਕ ਘਰ ਵੀ ਨਹੀਂ ਬਣਾਇਆ ਤੁਸੀਂ? ਉਹਦੀ ਆਮਦਨੀ ਇੰਨੀ ਕਿਸੇ ਘਰ ਵੀ ਨਹੀਂ ਬਣਿਆ। ਅੱਛਾ, ਕਿੰਨੇ ਸਾਲਾਂ ਦੀ ਉਮਰ 'ਚ ਸ਼ਾਦੀ ਹੋ ਗਈ ਸੀ? ਹੋਏ ਗਏ ਸੀ 40 ਸਾਲਾਂ ਦੀ ਉਮਰ। 40 ਸਾਲਾਂ ਦਾ ਹੋ ਕੇ ਵਿਆਹ ਕਰਾਇਆ ਸੀ? ਹੋਰ ਪਹਿਲੇ ਕੀ ਕਰਦੇ ਰਹੇ? ਪਹਿਲੇ 30 ਸਾਲ ਦੀ ਉਮਰ ਹੋ ਮੇਰੀ, 28 ਸਾਲ ਦੀ ਜਦੋਂ ਸ਼ਾਦੀ। ਅੱਛਾ, 28-30 ਸਾਲ 'ਚ ਹੋ ਗਈ ਸੀ ਸ਼ਾਦੀ। ਤੇ ਕੋਈ ਕਬੂਤਰ ਸ਼ਬੂਤਰ ਲੜਾਏ ਹੋਣ, ਕੋਈ ਕੁੱਕੜ ਲੜਾਏ ਹੋਣ? ਨਾ ਜੀ, ਕਬੂਤਰ ਵੀ ਕੋਈ ਨਹੀਂ ਸੀ ਕੋਲ, ਕੁੱਕੜ ਵੀ ਕੋਈ ਨਹੀਂ ਸੀ। ਜੇ ਕੋਈ ਕੁੱਕੜ ਮੁੱਲ ਰਹਿ ਲਈ ਜਾਂ ਰਾਤ ਕਰਕੇ ਖਾ ਲਈਦਾ। ਅੱਛਾ, ਹਾਂ, ਸਹੀ ਸਹੀ। ਤੇ ਖਰਗੋਸ਼ ਵਗੈਰਾ ਵੀ ਕੋਈ ਨਹੀਂ ਰੱਖੇ? ਪਿੰਡਾਂ 'ਚ ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਖਰਗੋਸ਼ ਰੱਖੇ ਸੀ। ਸਹੀ। ਤੇ ਉਹ ਖਰਗੋਸ਼ਾਂ ਵਾਲੇ ਤੇ ਮੈਨੂੰ ਲੱਗਦਾ ਨਸਲ ਹੋਣ ਕਿਤੇ ਨਜ਼ਰ ਹੀ ਨਹੀਂ ਆਉਂਦੀ। ਉਹ ਮੈਨੂੰ ਲੱਗਦਾ ਉਹ ਨਸਲ ਖਤਮ ਹੋ ਗਈ। ਅੱਛਾ, ਤੇ ਖਰਗੋਸ਼ ਨਹੀਂ ਕਿਤੇ ਵੀ ਵੇਖਿਆ। ਸਹੀ। ਖਰਗੋਸ਼ ਦਾ ਗੋਸ਼ਤ ਕਿਵੇਂ, ਮਜ਼ੇਦਾਰ ਹੁੰਦਾ ਕੁੱਕੜੀ ਨਾਲੋਂ? ਅੱਲਾ ਜਾਣੇ, ਮੈਂ ਨਹੀਂ ਖਾ ਕੇ ਵੇਖਿਆ। ਅੱਛਾ, ਰੱਖੇ ਹੀ ਸੀਗੇ, ਸਿਰਫ ਖਾਧਾ ਨਹੀਂ, ਲੋਕਾਂ ਨੂੰ ਖਵਾਏ? ਖਾਧਾ ਨਹੀਂ, ਉਹ ਵੀ ਬਿੱਲੀਆਂ ਫੜ ਕੇ ਲਾ ਜਾਂਦੀਆਂ। ਅੱਛਾ, ਬਿੱਲੀਆਂ ਲੈ ਜਾਂਦੀਆਂ ਸੀ। ਹਾਂ, ਹੁਣ ਅੱਜ ਕੱਲ੍ਹ ਕਿਹਨਾਂ ਨਾਲ ਵਾਹੀ ਕਰ ਰਹੇ ਹੋ? ਅੱਜ ਕੱਲ੍ਹ ਭਾਈ ਆ ਕੋਈ ਨਹੀਂ ਹੈ ਜੀ, ਬਸ ਜੇ ਕਿਸੇ ਨੇ ਜ਼ਿਮੀਂਦਾਰਾ ਕਰਨਾ ਹੋਵੇ ਤਾਂ ਤੁਹਾਡਾ ਕੀ ਮਸ਼ਵਰਾ ਹੈ ਵੀ ਕਿੰਨੀ ਕੁ ਜ਼ਮੀਨ ਲੈ ਲਓ? ਇੱਕ ਘਰ ਇੱਕ ਬੰਦੇ ਨੇ ਅਗਰ ਚਲਾਉਣਾ ਹੈ? ਉਹ ਨਹੀਂ, ਇੱਕ ਬੰਦੇ ਨੇ ਕੀ ਘਰ ਚਲਾ ਲੂ, ਜਿਹੜੇ ਕੋਲ ਪੈਸੇ ਹੋਣਗੇ ਪੈਲੀ ਠੇਕੇ 'ਤੇ ਲਾ ਲੂ। ਲੱਖ ਰੁਪਈਆ ਹੋਵੇ ਤੇ ਕਿੱਲੇ ਦਾ ਖਰਚਾ ਠੇਕਾ ਭਰ ਕੇ। ਅੱਛਾ, ਠੇਕਾ ਕੀ ਚੱਲ ਰਿਹਾ ਅੱਜ ਕੱਲ੍ਹ ਇੱਥੇ? ਠੇਕਾ ਹੁਣ ਇੱਥੇ 40 ਨੂੰ ਚੱਪੜਿਆ ਹੀ ਖੜਾ। ਨਹਿਰੀ ਪਾਣੀ ਹੈ ਕਿ ਕੋਈ ਨਹੀਂ? ਐਵੇਂ ਚੱਲਦਾ ਜੀ। ਮਤਲਬ ਕੋਈ ਨਹੀਂ ਐਡਾ ਕੋਈ ਖਾਸ? ਹਾਂ, ਮਹੀਨੇ 'ਚ ਇੱਕ ਅੱਧਾ ਦਿਨ ਲੱਗ ਗਿਆ ਨਹੀਂ ਤਾਂ ਨਾ ਸੀ। ਮੁੱਲ ਦੇ ਪਾਣੀ 500-600 ਨੂੰ ਘੰਟਾ। 600 ਨੂੰ ਘੰਟਾ? ਅੱਛਾ। ਜੇ 16 ਤੋਂ ਹਿਸਾਬ ਲਾਓ ਨਾ ਤੇ ਜ਼ਿਮੀਦਾਰ ਨੂੰ 100 ਰੁਪਇਆ ਦਿਹਾੜੀ ਨਹੀਂ ਪੈਂਦੀ। ਅੱਛਾ, ਇੱਕ ਕਿੱਲੇ 'ਚੋਂ ਜਾਂ ਫਿਰ ਵਾਹੀ ਜਿਹਨੇ ਮੁਰੱਬੇ ਦੀ ਰੱਖੀ ਹੋਵੇ ਉਹਨੂੰ ਤਾਂ ਕੋਈ ਚਾਰ ਆਨੇ ਬਚਦੇ ਹੋਣਗੇ? ਭਾਵੇਂ ਜਿਹਨੇ ਮੁਰੱਬੇ ਦੀ ਵਾਹੀ ਆ ਨਾ, ਮੇਰੇ ਹਿਸਾਬ 'ਚ ਰੁਪਈਆ 100 ਹੀ ਮਸਾ ਬਾਈ ਖਾਣਾ ਚਾਹੀਦਾ। ਅੱਛਾ, ਹਾਂ, ਇੱਥੇ ਤੇ ਹਾਲੇ ਕਈ ਨਵੇਂ ਲੋਕ ਜਿਹੜੇ ਉੱਠ ਰਹੇ ਆ ਵਾਹੀ ਕਰ ਰਹੇ, ਉਹ ਕਹਿੰਦੇ ਬਚਦਾ ਹੀ ਬੜਾ ਕੁਛ ਆ, ਸਾਰੇ ਵਾਹੀ ਦੇ ਵਿੱਚ ਹੀ ਪੈਸੇ। ਤੁਸੀਂ ਪੁਰਾਣੇ ਹੋ, ਜ਼ਾਹਿਰ ਹੈ। ਕਿੰਨੇ ਸਾਲ ਹੋ ਗਏ ਵਾਹੀ ਕਰਦਿਆਂ ਨੂੰ? ਮੇਰਾ ਹਿਸਾਬ ਜਿਹੜਾ ਐਸਟੀਮੇਟ ਹਾਂਜੀ। ਕੋਈ ਜਿੱਦਾਂ ਵੀ ਫੰਨੇ ਖਾਣ ਹੁਣ 100 ਰੁਪਇਆ ਕਿੱਲਾ ਮਸਾ ਦਿੰਦਾ ਦਿਹਾੜੀ। ਹੁਣ ਮੱਕੀ ਖੜੀ ਆ ਇੱਧਰ ਤਕਰੀਬਨ ਤੇ ਲੱਖ ਰੁਪਏ ਦਾ ਕਿੱਲੇ ਦੀ ਹੋ ਜਾਣੀ ਹੈ ਇਹ। ਤੇ ਲੱਖ ਰੁਪਏ ਦੇ ਵਿੱਚ ਖਰਚਾ ਕੀ ਕੀ ਆ ਗਿਆ ਹੋਣਾ ਮੱਕੀ ਦੇ ਉੱਤੇ? ਲੱਖ ਰੁਪਇਆ ਦੀ ਇਹ ਪਿੱਛੇ ਵੀ ਖੜੀ ਆ ਆਪਣੇ। ਮੇਰੀ ਗੱਲ ਸੁਣ, ਹਾਂਜੀ। ਇਹਦੇ ਤੇ 40,000 ਰੁਪਇਆ ਕਿੱਲੇ ਦਾ ਖਰਚਾ। ਕਿਵੇਂ ਕਰਕੇ? ਬੀਜ ਕਿੰਨੇ ਦਾ ਆ ਰਿਹਾ ਅੱਜ ਕੱਲ੍ਹ? ਬੀਜ ਕਿੰਨੇ ਦਾ ਹੈਗਾ ਮਕਈ ਦਾ? 7-8 ਹਜ਼ਾਰ ਦਾ ਪੈ ਜਾਂਦਾ। ਤੇ ਖਾਦਾਂ ਕਿੰਨੀਆਂ ਪੈ ਜਾਂਦੀਆਂ ਇਹਨੂੰ? ਖਾਦਾਂ 30,000 ਦੀਆਂ ਪੈ ਜਾਂਦੀਆਂ। 30,000 ਦੀਆਂ ਖਾਦਾਂ? ਬਾਬਾ 30,000 'ਚ ਖਾਦ ਪਤਾ ਕਿੰਨੀ ਆ ਜਾਣੀ ਆ? ਉਨੀ ਪੈ ਜਾਂਦੀ। ਇੱਕ ਬੋਰੀ DAP ਦੀ ਆਣੀ ਆ 60 ਬੋਰੀਆਂ DAP ਦੀਆਂ, 3 ਬੋਰੀਆਂ ਯੂਰੀਆ ਦੀਆਂ, ਪਟਾਸ਼। ਅੱਛਾ, ਪਟਾਸ਼ ਵੀ ਤੇ ਉਹ ਦਾਣੇਦਾਰ ਜ਼ਹਿਰ 2 ਪਾਣੀਆਂ। ਟੋਟਲ ਕਿੰਨਾ ਖਰਚਾ ਆ ਜਾਂਦਾ? ਨਹੀਂ, ਮੇਰੀ ਗੱਲ ਸੁਣ, 2 ਪੈ ਗਈਆਂ DAP ਤੇ ਯੂਰੀਆ ਕਿੰਨੀ ਪੈ ਗਈ? 3 ਯੂਰੀਆ ਪੈ ਗਈ। ਹੋਰ ਜ਼ਹਿਰਾਂ 2 ਲੱਗ ਗਈਆਂ। ਅੱਛਾ, ਪਟਾਸ਼ ਇੱਕ ਹੋਏ, ਜ਼ਿੰਕ ਇਹ ਲੈਦਾ ਵਾ? ਜ਼ਿੰਕ ਕਿੰਨੀ ਪੈਂਦੀ ਹੈ? 1 ਕੈਨ ਜ਼ਿੰਕ ਪੈ ਜਾਂਦੀ। ਤੇ ਟੋਟਲ ਕਿੰਨੇ ਐਸਟੀਮੇਟ ਕਿੰਨੇ ਤੇ ਬਣ ਜਾਂਦੇ ਆ ਇਹ? ਮਤਲਬ ਦਵਾਈ ਔਰ ਖਾਦ ਦਾ 35 ਤੋਂ 40,000 ਰੁਪਇਆ। ਅੱਛਾ, ਤੇ ਉਸ ਤੋਂ ਬਾਅਦ ਬੀ ਆ ਗਿਆ 8,000 ਦਾ। ਮੁੜ ਕੇ ਵਾਈ ਕਿੰਨੇ ਦੀ ਆ ਗਈ? 10,000 ਦਾ ਪਾਣੀ। 10,000 ਦੀ ਵਾਈ। 1 ਮਿੰਟ, 35 ਤੇ 8 43 ਤੇ 10 53, 20,000 ਦਾ ਪਾਣੀ 73। ਔਰ ਫਿਰ ਲਵਾਈ ਲਵਾਈ ਮਕਈ ਦੀ ਕਿੰਨੇ ਦੀ ਪੈ ਜਾਂਦੀ? ਕਿ ਲਵਾਈ ਪਾ ਕੇ 10,000 ਸੀ?
12 ਤੜਾਈ 12-13 ਤੋਂ ਬਣੀ 3000 ਰੁਪਇਆ ਪੈ ਜਾਂਦਾ ਲਵਾਈ ਤੜਾਈ ਦਾ। ਲਵਾਈ ਦਾ ਤੇ ਤੜਾਈ ਦਾ 3000 ਹੀ ਪੈ ਗਿਆ। 76 ਹੋ ਗਿਆ ਔਰ ਉਹਦੇ ਤੋਂ ਬਾਅਦ ਆ ਗਿਆ ਅੱਲਾ ਤੁਹਾਡਾ ਭਲਾ ਕਰੇ। ਬਸ ਮੇਰੇ ਖਿਆਲ ਇੰਨਾ ਕੀ ਆ। ਠੇਕਾ ਕਿੰਨਾ ਪੈ ਗਿਆ ਇਹਨੂੰ? 3 ਮਹੀਨਿਆਂ ਦੀ ਫਸਲ ਆ 6 ਠੇਕਾ ਪੈਣਾ ਆ ਤਕਰੀਬਨ ਤੀਸਰਾ ਹਿੱਸਾ ਪਏਗਾ ਨਾ 30,000 ਰੁਪਏ ਠੇਕਾ 6 ਮਹੀਨਿਆਂ ਦਾ ਲੈ ਜਾਂਦੀ ਠੇਕਾ ਹੈ। ਫਿਰ ਤਾਂ ਕੁਛ ਨਹੀਂ ਬਚਤ 73 76 ਤੇ ਤਾਂ 96,000 ਹੋ ਗਿਆ 1,06,000 ਹੋ ਗਿਆ। ਤੇ ਜੇ 100 ਮਣ ਮਕਈ ਨਿਕਲੇ ਤੇ ਫਿਰ 1.5 ਲੱਖ ਦੀ ਹੈ। 1500 ਰੁਪਇਆ ਰੇਟ ਹੋ ਗਿਆ। ਹਾਂ ਤੇ ਫਿਰ 1.5 ਲੱਖ ਦੀ ਹੈ। ਫਿਰ ਵੀ 40-50,000 ਤੇ ਬਚਾ ਗਿਆ ਕਿੱਲਾ। 100 ਮਣ ਨਹੀਂ ਨਿਕਲਦੀ 80 ਮਣ ਵੀ ਅਗਰ ਨਿਕਲਦੀ ਆ ਤੇ ਇਹ ਤਕਰੀਬਨ 1,20,000 ਦੀ 20,000 ਬਚਾਇਆ ਕਿੱਲੇ ਨੇ। 20 ਤੋਂ 25,000 ਜਾਂ ਤਕਰੀਬਨ 10 ਤੋਂ 25,000 ਦੇ ਦਰਮਿਆਨ ਬਚਤ ਹੈ। 25000 ਦਾ ਆਪ ਹੀ ਤਾਂ ਮਿਹਨਤ ਕੀਤੀ ਹੈ ਪਾਣੀ ਲਾਇਆ ਉਹਦੇ ਪਕਾਇਆ। ਨਹੀਂ ਮਕਸਦ ਉਹ ਫਿਰ ਉਹ ਮਿਹਨਤ ਹੀ ਬਚਦੀ ਆ ਹੋਰ ਤੇ ਇਹਦੇ ਚ ਕੀ ਜੇ ਲੱਗ ਗਈ ਤੇ। ਮੇਰਾ ਮਸ਼ਵਰਾ ਇਹ ਆ ਕਿ ਇੱਕ ਕਿੱਲੇ ਚੋਂ ਇੱਕ ਕਾਸ਼ਤਕਾਰ ਨੂੰ 100 ਰੁਪਇਆ ਦਿੰਦਾ ਦਿਹਾੜੀ। ਇੱਕ ਕਿੱਲਾ 100 ਰੁਪਏ ਦਿੰਦਾ ਹੈ। ਹਾਂ ਬਸ ਮਸਾਂ 100 ਦਿੰਦਾ ਰੋਜ਼। ਨਾ ਜ਼ਿਮੀਦਾਰਾ ਹੁਣ ਕੋਈ ਐਡਾ ਮਜ਼ੇਦਾਰ ਨਹੀਂ ਰਹਿ ਗਿਆ। ਜਦੋਂ ਤੁਹਾਡਾ ਦੌਰ ਹੁੰਦਾ ਸੀ ਉਦੋਂ ਕਿੰਨੇ ਕੁ ਬਚ ਜਾਂਦੇ ਸੀ? ਜਦੋਂ ਕਪਾਹ ਕਪੂ ਵੀ ਹੋ ਜਾਂਦੀ ਸੀ। ਅੱਛਾ ਉਹ ਤੋਂ ਬਚ ਜਾਂਦੇ ਸੀ ਐਵੇਂ ਵੀ ਉਸ ਵੇਲੇ ਖਰਚਾ ਘੱਟ ਨਾ ਉਦੋਂ ਸਪਰੇਆਂ ਸਪਰੂਆਂ ਨਹੀਂ ਸੀ ਹੁੰਦੀਆਂ ਤਾਂ ਵਿਚਾਰਾਂ ਨੇ ਬਚ ਜਾਂਦੇ ਸੀ। ਖਾਦਾਂ ਨਹੀਂ ਸੀ ਪਾਉਂਦੇ, ਰੂੜੀਆਂ ਪਾ ਲੈਂਦੇ ਸੀ ਸਸਤੀਆਂ। ਚਲੋ ਠੀਕ ਹੋ ਗਿਆ ਬਾਬਾ ਜੀ। ਇਹ ਜਿਹੜੀ ਬਚਤ ਆ ਉਸ ਹਿਸਾਬ ਨਾਲ ਰੇਟ ਕੋਈ ਨਹੀਂ ਰੇਟ ਤਾਂ ਗੌਰਮੈਂਟ ਨੇ ਹੁਣ ਬੜੇ ਕਰ ਦਿੱਤੇ ਸੀ। ਹੁਣ ਤਾਂ ਸੁਣ ਰਹੇ ਕਣਕ ਦਾ ਰੇਟ ਵੀ 2500 ਰੁਪਏ ਬੰਦ ਹੀ ਪਈ ਗੌਰਮੈਂਟ। 2200 ਬੰਦ ਦਿੱਤਾ ਵਾ, 2500 ਦਾ ਰੌਲਾ ਪਾਇਆ ਹੋਇਆ। ਤੇ ਉਹ ਜਿਹੜੇ 3600 ਨੂੰ ਸੀ 3200 ਨੂੰ ਸੀ 2800 ਨੂੰ ਸੀ ਇਹ 8000। ਗੱਲ ਇੱਥੇ ਕੀ ਆ ਤੁਹਾਡੇ ਕਹਿਣ ਦੇ ਮੁਤਾਬਿਕ ਵੀ ਜੇ ਰੇਟ ਵੀ ਬਣ ਜਾਵੇ ਥੋੜਾ ਬਹੁਤਾ ਗੌਰਮੈਂਟ ਜ਼ਿਮੀਦਾਰ ਨੂੰ ਦੇ ਦੇਵੇ ਇੱਕ ਸੀਜ਼ਨ ਵਿੱਚ, ਅਗਲੇ ਸੀਜ਼ਨ 'ਚ ਠੇਕਿਆਂ ਵਾਲੇ ਠੇਕੇ ਮਹਿੰਗੇ ਕਰ ਦਿੰਦੇ ਆ, ਜ਼ਰਾਤ ਵਾਲੇ ਆ ਬੀ ਤੇ ਖਾਦਾਂ ਖੁੱਦੀਆਂ ਮਹਿੰਗੀਆਂ ਕਰ ਦਿੰਦੇ ਆ। ਮਤਲਬ ਜ਼ਿਮੀਦਾਰ ਨੂੰ ਨਹੀਂ ਬਚਣ ਦਿੰਦੇ ਐਂਡ ਤੇ ਫਿਰ ਵੀ ਕੁਛ ਵੀ। ਜਿੱਦਾਂ ਮਹਿੰਗੀ ਕੀਤੀ ਆ ਇਹ ਹਿਸਾਬ ਨਾਲ ਕਣਕ ਜਿਹੜੀ ਸੀ 5000 ਨੂੰ ਮਾਣ ਹੋਣੀ ਚਾਹੀਦੀ ਸੀਗੀ ਕਿਉਂਕਿ ਫਸਲ ਇੰਨੇ ਹੁਣ ਫਸਲਾਂ ਦੇ ਝਾੜ ਵੀ ਨਹੀਂ ਰਹਿ ਗਿਆ ਕਿੱਲਿਆਂ ਦੇ ਵਿੱਚ ਵੀ ਉਹਨਾਂ ਔਸਤ ਵੀ ਨਹੀਂ ਨਿਕਲਦੀ ਕਿ ਜਿਹੜਾ ਵੀ ਰੇਟ ਦੇ ਨਾਲ ਮੈਨੇਜ ਹੋ ਜਾਵੇ ਖਰਚੇ ਦੇ ਨਾਲ। 5000 ਰੇਟ ਹੋਵੇ ਫਿਰ ਜਾ ਕੇ ਤੂੰ ਕਾਸ਼ਤਕਾਰ ਨੂੰ 5-6000 ਰੁਪਇਆ ਬਚ। ਸਹੀ ਚਲੋ ਕੋਈ ਨਹੀਂ, ਬੜੀ ਮਿਹਰਬਾਨੀ ਤੁਹਾਡਾ ਜੀ। ਤੁਸੀਂ ਇੰਟਰਵਿਊ ਦਿੱਤਾ ਸਾਨੂੰ। ਤੇ ਕੋਈ ਜ਼ਿਮੀਦਾਰ ਬੰਦਾ ਅਗਰ ਕੋਈ ਨਵਾਂ ਜ਼ਿਮੀਦਾਰਾ ਕਰਨਾ ਚਾਹੁੰਦਾ ਤਾਂ ਤੁਹਾਡੇ ਹਿਸਾਬ ਨਾਲ ਨਵਾਂ ਜ਼ਿਮੀਦਾਰ ਜੇ ਕਰਨਾ ਚਾਹੇ ਨਾ ਪਹਿਲੇ ਉਹਨੂੰ ਉਸਤਾਦ ਫੜਨਾ ਚਾਹੀਦਾ। ਕਿਸੇ ਨਾ ਕਿਸੇ ਕੋ ਸਹੀ ਮਸ਼ਵਰਾ ਲੈ ਲਵੇ। ਉਹ ਉਸਤਾਦ ਤੋਂ ਬਿਨਾ ਇਹ ਵਾਹੀ ਨਹੀਂ ਗਈ, ਪੜ੍ਹੇ ਲਿਖੇ ਬੰਦੇ ਤੋਂ ਬਿਨਾ ਵਾਹੀ ਨਹੀਂ। ਸਹੀ ਹੋ ਗਿਆ, ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਤੁਹਾਡੀ। ਇਹਦੇ ਵਾਸਤੇ ਮੈਟ੍ਰਿਕ ਤਲੀਮ ਹੋਣੀ ਚਾਹੀਦੀ। ਆਹੋ ਅੱਜ ਕੱਲ ਤੇ ਇਵੇਂ ਹੀ ਆ, ਦਵਾਈਆਂ ਦਾ ਪਤਾ ਹੋਏਗਾ ਤੇ ਲਿਆਣ ਕੇ ਕਰੇਗਾ। ਹਾਂਜੀ ਤੇ ਕਮ ਅਜ਼ ਕਮ ਮੈਟ੍ਰਿਕ ਤਲੀਮ ਬੰਦੇ ਦੀ ਹੋਣੀ ਚਾਹੀਦੀ ਹੁਣ ਵਾਹੀ ਵਾਸਤੇ ਵੀ। ਚਲੋ ਜੀ ਠੀਕ ਹੋ ਗਿਆ, ਬੜੀ ਮਿਹਰਬਾਨੀ। ਤੇ ਆ ਕੀ ਆਲੂ ਬੀਜਿਆ ਹੋਇਆ? ਹਾਂਜੀ। ਇਹ ਆਲੂ ਕਿੰਨਾ ਖਰਚਾ ਹੋ ਜਾਂਦਾ ਆਲੂ ਲਾਉਣ ਤੇ? 8000 ਦੀ ਬੋਰੀ ਆ ਬੀਜ ਦੀ ਜਿਹੜੀ ਲਿਆਣ ਕੇ। ਇਹ ਕਿੱਲੇ ਨੂੰ ਪੈਂਦੀ ਹੈ ਜਾਂ ਜ਼ਿਆਦਾ ਪੈ ਜਾਂਦੀ ਹੈ? ਕਿੱਲੇ 'ਚ ਪੈ ਜਾਂਦੇ 20 ਬੋਰੀ। 8000 ਦੀ ਇੱਕ ਬੋਰੀ ਆ ਤੇ ਕਿੱਲੇ 'ਚ 20। ਹਾਂਜੀ। ਇਹ ਤੇ 1,60,000 ਦਾ 20 ਪੈ ਗਿਆ ਬਾਬਾ। ਹਾਂਜੀ ਹਾਂਜੀ। ਓਏ 1,60,000 ਦਾ ਪੈ ਜਾਂਦਾ ਉਹ ਤੁਹਾਡੀ। ਠੀਕ ਹੈ ਦੋਸਤੋ, ਮਿਲਦੇ ਹਾਂ ਅਗਲੀ ਵੀਡੀਓ 'ਚ ਆਲੂਆਂ ਦੇ ਖਰਚੇ ਦੇ ਉੱਤੇ। ਹੁਣ ਅਸੀਂ ਫਿਲਹਾਲ ਬਾਬਾ ਜੀ ਨੇ ਸਾਡੇ ਨਾਲ ਅਕਰਮ 103 WB ਦੇ ਇਹਨਾਂ ਦਾ ਇੰਟਰਵਿਊ ਲਿਆ ਸੀ ਔਰ ਇਹਨਾਂ ਦੇ ਮੁਤਾਬਿਕ ਤੁਸੀਂ ਜਾਣ ਲਿਆ ਕਿ ਵਾਹੀ ਦੇ ਵਿੱਚ ਕਿੰਨੀ ਕੁ ਬੱਚਤ ਰਹਿ ਗਈ ਆ ਔਰ ਕੀ ਸੂਰਤ ਹਾਲ ਹੈ। ਤੁਹਾਨੂੰ ਦੱਸਿਆ ਕਿ ਅਗਰ ਕਿਸੇ ਇੱਕ ਸੀਜ਼ਨ ਦੇ ਵਿੱਚ ਬੱਚਤ ਆਣੀ ਸ਼ੁਰੂ ਹੁੰਦੀ ਹੈ, ਗੌਰਮੈਂਟ ਰੇਟ ਵਧਾਉਂਦੀ ਹੈ ਤੇ ਮਾਫੀਆ ਜਿਹੜਾ ਬੈਠਾ ਹੁੰਦਾ ਇਰਦ ਗਿਰਦ ਜ਼ਿਮੀਦਾਰ ਨੂੰ ਖਾਣ ਵਾਲਾ, ਜਿਸ ਤਰ੍ਹਾਂ ਠੇਕੇਦਾਰ ਹੋ ਗਿਆ, ਉਸ ਤੋਂ ਬਾਅਦ ਖਾਦਾਂ ਵਾਲੇ ਹੋ ਗਏ, ਸਪਰੇਅ ਵਾਲੇ ਹੋ ਗਏ, ਬੀਜ ਵਾਲੇ ਹੋ ਗਏ, ਤੁਹਾਨੂੰ ਉਹ ਇਹ ਸਾਰੇ ਖਿੱਚ ਖੁੱਚ ਲੈ ਜਾਂਦੇ। ਇਹਦੇ ਤੇ ਜ਼ਿਮੀਦਾਰ ਨੂੰ ਫਿਰ ਉਹੀ ਬਾਬਾ ਜੀ ਦੇ ਕਹਿਣ ਤਰ੍ਹਾਂ ਕਿ 100 ਰੁਪਇਆ ਕਦੀ ਬਚ ਜਾਂਦਾ ਤੇ ਕਦੀ ਉਹ ਵੀ ਨਹੀਂ ਬਚਦਾ। ਤੇ ਅਗਰ ਤੁਹਾਨੂੰ ਦੋਸਤਾਂ ਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਕਰ ਦਿਓ। ਅਗਰ ਤੁਹਾਡੀ ਆਪਣੀ ਕੋਈ ਰਾਏ ਹੋਵੇ ਜਾਂ ਪਸੰਦ ਹੋਵੇ ਤੇ ਕੋਈ ਨਾ ਕੋਈ ਸਵਾਲ ਕਰ ਸਕਦੇ ਹੋ ਤੁਸੀਂ ਕਮੈਂਟ 'ਚ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।